मैं मूर्ख की केतक बात है, कोट अपराधी तरिया रे। गुर नानक जिन सुनिया पेखिया, से फिर गर्भास ना परिया रे। ज्ञान ध्यान किस कर्म न जाना, सार न जाना तेरी। सब ते वड्डा सतगुर नानक, जिन कल राखी मेरी। ना हो जति सती नहीं पढ़िया, मूर्ख मुग्धा जन्म पया। प्रणवत नानक तिन की शरणा, जिन तू नाही विसरिया। प्रणवत नानक तिन की शरणा, जिन तू नाही विसरिया। निमाणिया नू माण, बेसमझा नू समझ, सूझ-बूझ मन दे हनेरी नू दूर कर। निरंकार परवदगार परमेश्वर नाल मिलाउण वाले सांझे रहबर, मनुखता दा भला करन वाले धन धन साहिब श्री गुरु ग्रंथ साहिब महाराज, तिन्हां दे पावन हजूरी अंदर गुरु जन, गुरु प्यारिओ, गुरु सवारिओ, जिन्नियां क प्राणियां नू सानू गुरु की शरण विच आउण दा अवसर प्राप्त होया है। आओ जिथे तन है मन दा टिका बनाओ। मन दा टिका बना के जो अज साहिबां ने साडे सिर ते महरामतां भरिया हथ रख के बख्शिशां कीतियां ने। भादरों दे महीने दी आरंभता होई है। इस भादों दे महीने विच मेरे सतगुरु जी बख्शिश की करते ने, सानू समझा के रहे हैं। भादों ब्रह्म पुलाणियां, दूजा लगा हेत। लख शिंगार बनाया, कारज नाही केत। भादोए राह दोवें खसम एको जान। भादोए दोए तो भाव है दो। आपां एक एक अखर नूं वेखना है ध्यान दे नाल। दोए तो भाव है दो, अगे आया भा दोए। मेरे साहब जी कहते ने दो राह दोवें खसम एको दान। राह दो ने, एक निरंकार दा है, एक संसार दा है। ते इस विच मालक एक है, परमात्मा एक है। हुण ये तेनों रब ने सोझी दिती है, रब ने तेनों ये दिमाग दिता है भी तू किहड़े मार्ग ते चलना है। जदों घरों असीं तुरदे हाँ तो पहला मैप ते पा के वेखदे हाँ भी हाँ राह किहड़ा सही है, किस पासे भीड़ है, किस पासे ट्रैफिक जाम है। जां असीं तुर लग्या किसी कोलों पुछने आ बई उबड़ खाबड़ राह किहड़े पासे है, पहाड़ी राह किहड़ा है, ते जिहड़ा साफ सुथरा राह किहड़ा है, जिस राह ते तुरां ते मैं अपनी मंजिल ते पहुँच जावां। आम जदों मनुख घरों तुरदा है
ਤੇ ਰਾਹ ਵੇਖਦਾ, ਵਾਇਆ ਵੇਖਦਾ, ਮੈਂ ਕਿਸ ਵਾਇਆ ਜਾਵਾਂ ਜਿਹੜਾ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂ। ਹੁਣ ਮੇਰੇ ਸਤਿਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ? ਮਨੁੱਖ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ, ਦੋ ਰਾਹ ਨੇ, ਸੰਸਾਰ ਵਾਲਾ, ਇੱਕ ਨਿਰੰਕਾਰ ਵਾਲਾ। ਤੂੰ ਹੁਣ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਨੂੰ ਮਿਲਣਾ ਹੈ, ਤੇ ਕਿਵੇਂ ਮਿਲਣਾ ਹੈ? ਨਿਰੰਕਾਰ ਦੇ ਮਾਰਗ ਨੂੰ ਅਪਣਾਉਣਾ ਹੈ ਕਿ ਸੰਸਾਰ ਨੂੰ? ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਜੇ ਸੰਸਾਰ ਨੂੰ ਛੱਡੀਏ ਤੇ ਨਿਰੰਕਾਰ ਨਹੀਂ ਮਿਲਦਾ, ਜੇ ਨਿਰੰਕਾਰ ਛੱਡੀਏ ਤੇ ਸੰਸਾਰ ਨਹੀਂ ਮਿਲਦਾ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਦੋ ਰਾਹ ਭਾ ਦੋਏ ਭਰਮ, ਇਹਦੇ ਆਪਾਂ ਅਰਥ ਵੇਖਦੇ ਹਾਂ, ਨਾਲ ਭਰਮ ਨੂੰ ਵੇਖੀਏ। ਭਰਮ ਮਨੁੱਖ ਨੂੰ ਪੈ ਗਿਆ ਰਾਹ, ਜਦੋਂ ਦੋ ਆ ਗਏ, ਆਪਾਂ ਘਰੋਂ ਨਿਕਲੇ ਆ, ਰਾਹ ਤਰਾਇਆ ਆ ਗਿਆ, ਚੁਰਾਇਆ ਆ ਗਿਆ। ਉਸ ਚਰਾਏ ਤੇ ਜਾ ਕੇ ਅਸੀਂ ਸੰਕੇਤ ਜਿੱਥੇ ਲਿਖਿਆ ਸੀ ਨਾ, ਅੱਖਾਂ ਖੋਲ ਕੇ ਵੇਖਿਆ ਨਾ, ਤੁਰੇ ਗਏ, ਐਰੋ ਵੇਖਿਆ ਨਾ, ਗੱਡੀ ਦੂਸਰੇ ਪਾਸੇ ਗਈ ਤੇ ਅਸੀਂ ਰਾਹ ਤੋਂ ਦੂਸਰੇ ਪਾਸੇ ਚਲੇ ਗਏ, ਆਪਣੀ ਮੰਜ਼ਿਲ ਤੋਂ ਦੂਰ ਹੋ ਗਏ। ਹੁਣ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਹਾਂ, ਸੰਸਾਰ ਦੇ ਵਿੱਚ ਰਾਹ ਦੋ ਨੇ, ਸੰਸਾਰ ਵਿੱਚ ਤੇ ਨਿਰੰਕਾਰ ਦਾ ਮਾਰਗ ਹੈ। ਜੇ ਤੂੰ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਮਿਲਣਾ ਹੈ ਨਾ ਤੂੰ ਸੰਸਾਰ ਨੂੰ ਛੱਡ ਤੇ ਨਾ ਤੂੰ ਨਿਰੰਕਾਰ ਨੂੰ ਛੱਡ। ਤੈਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ? ਮੇਰੇ ਸਾਹਿਬ ਜੀ ਕਹਿੰਦੇ ਨੇ ਗੁਰ ਕਾ ਸ਼ਬਦ ਹੁਕਮ ਪਛਾਣ, ਗੁਰੂ ਦੇ ਰਾਹੀਂ। ਗੁਰੂ ਤੈਨੂੰ ਇੱਕ ਰਮਜ ਸਮਝਾਏਗਾ, ਦੋਵੇਂ ਪੱਖ ਰੱਖਣ ਵਾਸਤੇ, ਸੰਸਾਰ ਵਿੱਚ ਰਹਿਣ ਲਈ ਤੇ ਨਿਰੰਕਾਰ ਤੱਕ ਪਹੁੰਚਣ ਲਈ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੈਨੂੰ ਇੱਕ ਸੋਝੀ ਦੇ ਸਕਦਾ ਹੈ। ਹੁਣ ਕਹਿ ਦਿੰਦੇ ਆ ਨਾ ਵੀ ਹਾਂ ਵੀ ਇਹਨੂੰ ਛੱਡਾਂ ਕਿ ਉਹਨੂੰ ਰੱਖਾਂ, ਉਹਨੂੰ ਰੱਖਾਂ ਕਿ ਇਹਨੂੰ ਛੱਡਾਂ। ਹੁਣ ਅਸੀਂ ਦੁਚਿੱਤੇਪਨ ਵਿੱਚ ਪਏ ਹੋਏ ਆ ਵੀ ਸੰਸਾਰ ਨੂੰ ਛੱਡੀਏ ਤੇ ਨਿਰੰਕਾਰ ਨਹੀਂ ਮਿਲਦਾ, ਜੇ ਨਿਰੰਕਾਰ ਨੂੰ ਛੱਡੀਏ ਤੇ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਹੀਂ ਮਿਲਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਮਿਲਦਾ ਹੈ। ਕਿਵੇਂ ਮਿਲਦਾ ਹੈ? ਜੈਸੇ ਜਲ ਮੈਂ ਕਮਲ ਨਿਰਾਲਮਾ, ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਐਵੇਂ ਮਿਲਦਾ ਹੈ। ਜੈਸੇ ਜਲ ਮੈਂ, ਜਲ ਪਾਣੀ, ਕਵਲ ਫੁੱਲ ਜਿਵੇਂ ਪਾਣੀ ਦੇ ਵਿੱਚ ਰਹਿੰਦਾ ਹੈ, ਪਾਣੀ ਵਿੱਚ ਰਹਿ ਕੇ ਆਪਣੀਆਂ ਪੰਖੜੀਆਂ ਦੇ ਉੱਤੇ ਮੈਲੇ ਕੁਚੈਲੇ ਪਾਣੀ ਦਾ ਪ੍ਰਭਾਵ ਨਹੀਂ ਪੈਣ ਦਿੰਦਾ, ਰਹਿੰਦਾ ਪਾਣੀ ਵਿੱਚ ਹੈ ਤੇ ਉਹ ਸੁੰਦਰਤਾ ਆਪਣੀ ਬਖੇਰਦਾ ਹੈ। ਉਸ ਦੀ ਸੁੰਦਰਤਾ ਨੂੰ ਵੇਖਣ ਲਈ ਲੋਕ ਆਉਂਦੇ ਨੇ, ਕੌਲ ਫੁੱਲ ਕਿੰਨਾ ਸੋਹਣਾ ਹੈ। ਜੇ ਪਾਣੀ ਨਹੀਂ ਹੈ ਤੇ ਕੌਲ ਫੁੱਲ ਵੀ ਨਹੀਂ ਹੈ, ਪਾਣੀ ਦੇ ਨਾਲ ਹੀ ਕੌਲ ਫੁੱਲ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਐ ਮਨੁੱਖ ਤੂੰ ਦੁਚਿੱਤੇਪਨ ਵਿੱਚ ਪਿਆ ਹੈ, ਗੁਰੂ ਸ਼ਬਦ ਤੈਨੂੰ ਇਸ ਦੁਚਿੱਤੇਪਨ ਵਿੱਚੋਂ ਕੱਢਦਾ ਹੈ। ਜੇ ਪਾਣੀ ਨਹੀਂ ਹੈ ਤੇ ਕੌਲ ਫੁੱਲ ਵੀ ਨਹੀਂ ਹੈ, ਜੇ ਪਾਣੀ ਹੈ ਤੇ ਕੌਲ ਫੁੱਲ ਹੈ। ਪਰ ਪਾਣੀ ਵਿੱਚ ਰਹਿ ਕੇ, ਮੈਲੇ ਪਾਣੀ ਵਿੱਚ ਰਹਿ ਕੇ, ਛੱਪੜ ਦੇ ਵਿੱਚ ਰਹਿ ਕੇ ਕੌਲ ਫੁੱਲ ਆਪਣੀਆਂ ਜਿਹੜੀਆਂ ਪੰਖੜੀਆਂ ਨੂੰ ਮੈਲਾ ਨਹੀਂ ਹੋਣ ਦਿੰਦਾ, ਗੰਦਾ ਨਹੀਂ ਹੋਣ ਦਿੰਦਾ। ਉਹਦੀ ਪੰਖੜੀਆਂ ਦੀ ਸੁੰਦਰਤਾ ਵੱਖਰੀ ਹੈ, ਰਹਿੰਦਾ ਪਾਣੀ ਵਿੱਚ ਹੈ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਸਿੱਖਾ ਤੂੰ ਰਹਿ, ਗ੍ਰਸਤ ਵਿੱਚ ਰਹਿ, ਸੰਸਾਰ ਦੇ ਵਿੱਚ, ਤੇ ਚਿੱਤ ਤੇਰਾ ਸੰਸਾਰ ਵਿੱਚ ਨਹੀਂ ਹੋਵੇ, ਚਿੱਤ ਤੇਰਾ ਨਿਰੰਕਾਰ ਵਿੱਚ ਹੋਵੇ ਤੇ ਤਨ ਤੇਰਾ ਸੰਸਾਰ ਦੇ ਵਿੱਚ ਹੋਵੇ। ਆਹ ਹੈ ਤੇਰੀ ਮੰਜ਼ਿਲ। ਹੁਣ ਗੱਲ ਤਾਂ ਆ ਹੈ ਨਾ, ਮਨੁੱਖ ਦੁਚਿੱਤੇਪਨ 'ਚ ਪਿਆ ਹੈ ਵੀ ਸੰਸਾਰ ਨੂੰ ਛੱਡ ਦਈਏ। ਲੋਕਾਂ ਨੇ ਸੰਸਾਰ ਨੂੰ ਛੱਡਿਆ, ਭੰਗਰ ਮਸ਼ੰਗਰ ਗੋਰਖਨਾਥ ਵਰਗਿਆਂ ਨੇ ਸੰਸਾਰ ਛੱਡ ਕੇ ਨਿਰੰਕਾਰ ਦੀ ਪ੍ਰਾਪਤੀ ਵਾਸਤੇ। ਪਾਤਸ਼ਾਹ ਨੇ ਕਿਹਾ ਤੁਸੀਂ ਭੰਗਰ ਮਸ਼ੰਗਰ ਗੋਰਖਨਾਥ ਵਰਗਿਆਂ ਨੂੰ, ਤੁਸੀਂ ਮਾਤ ਲੋਕ ਨੂੰ ਛੱਡ ਕੇ ਆ ਕੇ ਗੁਫਾਵਾਂ ਦੇ ਵਿੱਚ ਬੈਠੇ ਹੋ। ਕਹਿੰਦੇ ਨੇ ਰੱਬ ਨੂੰ ਮਿਲਣ ਵਾਸਤੇ ਆਏ ਆ, ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਹੋ ਸਕਦੀ ਹੈ। ਹੁਣ ਜੇ ਅੱਜ ਨਿਰਾ ਹੀ ਅਸੀਂ ਕਹਿ ਦਈਏ ਬਈ ਰੱਬ ਮਿਲਦਾ ਹੈ, ਪ੍ਰਮਾਤਮਾ ਦੀ ਬੰਦਗੀ ਕਰਿਆ ਮਿਲਦਾ ਹੈ, ਤੇ ਸੰਸਾਰ ਦੇ ਵਿੱਚ ਜਾਂ ਲੋਕਾਂ ਨੇ ਇਹ ਵੀ ਕਿਹਾ ਬਈ ਜੇ ਇਸਤਰੀ ਨੂੰ ਵੇਖੀਏ, ਗ੍ਰਿਸ਼ਤੀ ਨੂੰ ਵੇਖੀਏ ਤੇ ਮਨ ਮੈਲਾ ਹੋ ਜਾਂਦਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਛੱਪੜ ਦੇ ਵਿੱਚ ਰਹਿ ਕੇ ਕੌਲ ਫੁੱਲ ਤੇ ਮੈਲਾ ਨਾ ਹੋਇਆ। ਛੱਪੜ ਵਿੱਚ ਰਹਿ ਕੇ ਕੌਲ ਫੁੱਲ ਤੇ ਆਪਣੀ ਸੁੰਦਰਤਾ ਵਿਖੇਰਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਪਾਣੀ ਨਹੀਂ ਹੈ ਤੇ ਸੰਸਾਰ ਨਹੀਂ ਹੈ, ਕੌਲ ਫੁੱਲ ਨਹੀਂ ਹੈ, ਸੰਸਾਰ ਨਹੀਂ ਹੈ ਤੇ
मेरे पातशाह कहते ने गृहस्थी नहीं है तो संसार नहीं है, तू गृहस्थी विच रह के रब नूं मिल सकदा है, पर किवें? तेरा भुलेखा दूर होना चाहिए। जिहड़ा सानूं भुलेखा पिया है ना, ये किहड़ा पिया है? जिवें एक बीज है ते बीज नूं कोई सियाणप दे नाल ये कहे भी उन्होंने दो फाड़ करके धरती दे विच बीज दिए दो पौधे हो जाणगे, कदी हो नहीं सकते, एक भी नहीं होना। एक बीज नूं दो फाड़ करके धरती ते बीजीए ते उन्हें दो पौधे नहीं हो सकते। मेरे साहिब जी बख्शिश करते ने, ऐ मनुख बीज एक है तां उग सकदा है, ते जे तेरा चित्त एक नाल जुड़िया तां तू रब नूं मिल सकदा है। हुण ध्यान दिया जे, मेरे साहिब जी कहते ने बई जे रुत होवे तां उगवै, रुती हूं रुत होए। बीज होवे ते रुत भी होवे, ते जे रुत नहीं है ते बीज पा देगा तां भी नहीं उगना। कि रुत तो भाव की है? जिवें आपां पैली कहने वत्तर होवे, वाही होवे, फिर उहदे विच बीज पाया होवे, उगदा है। मेरे साहिब जी कहते ने रुत तो भाव है तेरे मन दा टिका बनिया होवे। परमात्मा दा नाम जदों तू चेता करें, तेरे मन दे विच टिका बनिया होवे। तेरे मन दा जिहड़ा भरम है ना, दो चित्तापन, वो नहीं होना चाहिए। क्योंकि असी संसार दे विच पए ही दुचित्तेपन विच आ। कोई तो कहता संसार नूं छड्ड दईए, कोई कहता नहीं संसार नूं ना छड्डीए, कोई संसार विच ही गलतान है, तो कोई घर बार छड्ड के रब नूं बाहर लभदा फिरदा है। मेरे साहिब जी कहते ने पहा दोए भरम भुल्ली पर जोबन पछताणी। आ गल की है? भरम दे विच मनुख पै गया। भरम हुण किवें? एक इस्त्री दा इत्थे उदाहरण दिता। मेरे पातशाह जी कहते हैं जे पति व्रता इस्त्री है, जे पति दा अपने मालक दा प्यार चाहे, जे वो अपने मालक दा प्यार चाहती है कि वह सत्कार मैनू मिले, तो फिर ओदा हो एक दा ही पल्ला फड़ना है, एक दे लाड़ी लगना पैना है। तो जे कवे मैनू पति का भी सत्कार मिले तो मैं इधर उधर भी जावां, उदाहरण है, केवल पकड़ विच रखिया जे, ये उदाहरण है, तो अपने पति का सत्कार नहीं मिल सकता, अपने पति का परिवार का प्यार नहीं मिल सकता। मेरे साहिब जी कहते हैं इस तरह भाई गुरु की शरण दे विच आवें ते जिहड़ा भरम दूर कर। भरम जिहड़ा तेरे अंदर पिया है ना, भटकना जिहड़ी तेरे अंदर पई है भी मैं गुरुद्वारे भी आवां, जाके मड़ी नूं भी मत्था टेकां, जाके काले पीले धागे भी हत्थां दे नाल गिट्टियां दे नाल बन्ना। मेरे पातशाह जी इस भरम ना पढ़ो, भरम दे विच ना पढ़, भरम दे विच ना पै। भरम जिहड़ा है ये तेनों रब दे तक नहीं पहुँचा सकता। जदों असीं राह भुल जाने आ, भरमी ते भुलेखा ही पैंदा है ना, भुलेखे करके राह भुलदे आ। मेरे साहब जी कहते ने पहादो भरम भुली पर जोबन पछताणी। जोबन भाव जोबन दे विच आके पश्चाताप कीता। मेरे साहब जी कहते ने पादोए भरम भुली पादोए भरम भुलाणियां। किवें? दूजा लगा हेत, हेत कहते ने प्यार नूं। दूजा तो भाव है संसार दे विच तू प्यार पाया, तेरा जिहड़ा चित्त है ना वो निरंकार विच नहीं, संसार नाल जुड़िया होया। हुण संसार दे विच तेरा तन रहना चाहिदा सी, मन तेरा निरंकार नाल जुड़िया रहना सी चाहिदा सी। वो किवें? भगतां ने किया हाथ पाओ कर काम सब फिर चीत निरंजन नाल। चित्त जिहड़ा है ना वो परमात्मा दे नाल जुड़िया रहे। पर चित्त किवें जुड़िया रह सकदा है? सानू गुरु शब्द नूं पढ़ना पएगा, गुरु शब्द नूं विचारना पएगा। ते मेरे साहब जी कहते ने दूजा लगा हेत लख शिंगार बनाया। शिंगार कहने तन दा शिंगार, जिवें इस्त्री तन दा शिंगार करे, बाहर दा शिंगार करे पर मन दा शिंगार ना होवे, पति दे नाल प्यार मन दा ना होवे, अंदरों प्यार ना होवे, ते पति दे मन नूं नहीं पाउंदी। हुण उदाहरण ये है, मेरे सतगुरु जी कहंदे ने ऐ मनुख जे तू बाहर दा शिंगार बनाई फिरना है, भगवे रंग दे कपड़े, भगवे रंग दे कपड़े पा के वखियां ते मथियां ते कई प्रकार दे तिलक लाए होए ने, जां असी धार्मिक लिबास वड्डे चोले पाए होए ने, मेरे साहब जी कहंदे ने इहनां नाल नहीं बनना। अंदर दा शिंगार करना पैना है। अंदर अंदर तेरा शिंगार किवें हो सकता है?
ए शरीरा मेरिया इस जग में आए कै क्या तुद कर्म कमाया कि कर्म कमाया तुद शरीरा जां तू जग में आया। हुण संसार दे विच रह के शरीर नूं कहना तू संसार विच आया है, पर तू संसार विच आके काम की कीता ही। जिन हर तेरा रचन रचिया जिसने तेनों इन्ना सोहना बनाया है, जिन हर तेरा रचन रचिया सो हर मन ना वसाया। गल ते की सी मन दे विच वसाउण दी। जिसने तेनों बनाया है, जिसने तेनों सवारिया है, उस परमात्मा नूं तो मन दे विच नहीं वसाया। मन विच किवें वसाया जाएगा? जदों असीं गुरु शब्द दा लड़ फड़ांगे, गुरु चरनां नाल जुड़ांगे। मेरे पातशाह जी कहंदे पए ने दूजा लगा हेत लख शिंगार बनाया कारज नाही केत। अगे जित दिन देह बिन ससी, देह कहंदे ने शरीर नूं, बिन ससी तो भाव है जिदन ये फना हो जाएगी, जिदन इसके अंदरों सवास निकल गए। जित दिन देह बिन ससी तित वेला कैसन प्रेत। कैसन घर वाले कुटुंब वाले प्रेत कहणगे भाव ये मर गया है। जिस दिन इस दे अंदरों शरीर दे अंदरों प्राण निकल जाणगे ना, ते मेरे साहब जी कहते ने प्राणी तू आया लाहा लैन लगा कित को फकड़े। को फकड़े का अर्थ है फजूल कम्मां विच लगा होया है। तेरी श्वासां रूपी जिहड़ी रात है वह बीत चली है। प्राणी तू आया लाहा लैन लगा कित को फकड़े सब मुकदी चली रहन। तेरी श्वासां रूपी रात मुक चली है, तू किहड़े पासे लगा है? जित दिन देह बिन ससी तित वेला कैसन प्रेत पकड़ चलाइन दूत जम किसे ना देनी भेत। भेत तो भाव है किसे नूं उन्हां ने जदों तेरी इस जिंदड़ी दे विचों कढ के जम लै जाणगे, इस काया विचों जिंद कढ के लै जाणगे, उन्हां ने किसे नूं दसना नहीं भी असीं कित्थे लै चले आ। जदों असीं घरों बाहर निकलदे आ ते घर फोन कर दिंदे आ, दसदे आ कि असीं फलानी थां ते फलाने काम विच लगे होए आ, पर जदों जम लैके जाते ने इस जिंदड़ी नूं कढ के फिर कोई नहीं दसदा कित्थे बैठा ते किस हाल विच हां, किस रूप दे विच हां। मेरे साहब जी कहंदे ने किसे नूं कोई भेद नहीं रहना। पकड़ चलाइन दूत जम किसे न देनी भेत। फिर जी क्या छड़ खड़ोते खिनै माहे कौन? कुटुंब परिवार संसार दे जेड़े तेरे सखे संबंधी सन एक अख दे झमकण जितने समय दे विच छड्ड के दूर खलो गए। जिन्हां दे नाल तेरा हेत लगा होया सी, जिन्हां नाल तू दिने रात प्यार पाया होया सी। प्राणी एको नाम ते आवो अपनी पत छेती घर जावो। हुण गुरु साहब जी भरम कढ़दे ने ते मेरे साहब जी ने किड्डा वड्डा भरम साडे अंदरों कढ़ दिता। क्या प्रीतम प्यारे, प्रीतम का अर्थ है प्रीतम प्यारे नूं क्या? प्रीतम जान लिहो मन माही अपने सुख स्यों ही जग फांदियो को काहू को नाही। प्रीतम जान लियो मन माही अपने सुख स्यों ही, अपने सुख नाल ही मनुख एक दूसरे नाल जुड़िया है। सही मैनिया दे विच कोई भी किसी दा नहीं। ये भरम है, ये मनुख नूं भुलेखा है। ते सतगुरु जी कहंदे ने ऐ मनुख तैनूं भुलेखा बड़ा वड्डा पै गया। हुण भगत रविदास जी का एक शब्द विच भुलेखा कढ लईए। भगत रविदास जी की आखदे ने माधवे क्या कहिए भरम ऐसा जैसा मानिए होए ना तैसा। माधवे हे माया दे पति परमात्मा हे वाहिगुरु भरम इहो जिहा पै गया जो मनुख समझ बैठा है वो हाय नहीं सी। केड़ा भरम पै गया? राज भुयंग प्रसंग जैसे है अब किश मर्म जनाया। राज का अर्थ करेंगे रज्जू। रज्जू मीनस रस्सी। जेड़ी रस्सी है रात दे हनेरे दे विच पई सप लगदी है। मर्म का अर्थ है भेद। ते किसी ने कह दिता भी रस्सी जिहड़ी है रात दा हनेरे च एक डरी जांदा है, बेसमझ डरी जांदा है भी ते सप है।
ਪਰ ਸਿਆਣਾ ਆਇਆ ਤੇ ਸਿਆਣੇ ਨੇ ਕਿਹਾ ਲਾਈਟ ਜਗਾ ਕੇ ਵੇਖ ਲੈ ਵੀ ਕੀ ਇਹ ਸੱਪ ਹੈ, ਕੀ ਇਹ, ਲਾਈਟ ਤਾਂ ਜਗਾ, ਚਾਨਣਾ ਤਾਂ ਕਰ। ਬਲਬ ਜਗਾਇਆ ਤੇ ਉਹਦੇ ਰੱਸੀ ਪਈ ਹੋਈ ਸੀ। ਕਹਿੰਦਾ ਮੈਂ ਤੇ ਐਵੇਂ ਹੀ ਡਰਦਾ ਰਿਹਾ, ਹੁਣ ਤੱਕ ਡਰਦਾ ਰਿਹਾ, ਮੈਨੂੰ ਇਹ ਨਹੀਂ ਪਤਾ ਲੱਗਿਆ, ਮੈਂ ਤੇ ਰੱਸੀ ਨੂੰ ਹੀ ਸੱਪ ਸਮਝੀ ਬੈਠਾ। ਧਿਆਨ ਦਿਆ ਜੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਾਨੂੰ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਕਹਿੰਦੇ ਨੇ, ਮਨੁੱਖ ਤੂੰ ਰੱਸੀ ਨੂੰ ਹੀ ਸੱਪ ਸਮਝੀ ਬੈਠਾ ਹੈ, ਤੈਨੂੰ ਭੁਲੇਖਾ ਪੈ ਗਿਆ। ਅਗਲੀਆਂ ਪੰਕਤੀਆਂ ਵਿੱਚ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਇਹ ਹਾਲਤ ਐਵੇਂ ਜੀ ਸਾਡੀ ਬਣ ਗਈ ਹੈ ਜਿਵੇਂ ਰੱਸੀ ਨੂੰ ਸੱਪ ਹਨੇਰੇ ਵਿੱਚ ਸਮਝ ਕੇ ਮਨੁੱਖ ਡਰਦਾ ਰਿਹਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਅਛਤ ਰਾਜ ਬਿਸ਼ਰਤ ਦੁੱਖ ਪਾਇਆ। ਅਛਤ ਤੋਂ ਭਾਵ ਹੈ ਮਨੁੱਖ ਰਾਜ ਹੁੰਦਿਆਂ ਸੌਂਦਿਆਂ ਜਿਹੜਾ ਰਾਜਾ ਹੈ ਨਾ, ਰਾਜ ਹੈਗਾ ਹੈ, ਪਲੰਗ ਤੇ ਸੁੱਤਾ ਪਿਆ ਹੈ, ਪਰ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਹੈ। ਭੁਲੇਖਾ, ਸੁਪਨਾ ਆਇਆ ਤੇ ਭਿਖਾਰੀ ਹੈ, ਪਰ ਜਦੋਂ ਅੱਖਾਂ ਖੁੱਲੀਆਂ ਕਹਿੰਦਾ ਮੈਂ ਤੇ ਰਾਜ ਮਹਿਲਾਂ ਵਿੱਚ ਸੁੱਤਾ ਹੋਇਆ ਵਾਂ, ਮੈਂ ਤੇ ਭਿਖਾਰੀ ਨਹੀਂ, ਮੈਂ ਤੇ ਰਾਜਾ ਵਾਂ। ਪਰ ਇਸ ਨੂੰ ਇਸ ਤਰ੍ਹਾਂ ਵਿਪਰੀਤ ਕਰਕੇ ਵੇਖ ਲਈਏ, ਜੇ ਕੋਈ ਮਨੁੱਖ ਹੋਵੇ ਭਿਖਾਰੀ ਤੇ ਰਾਤ ਨੂੰ ਸੁਪਨਾ ਉਹਨੂੰ ਆ ਜਾਵੇ ਮੈਂ ਰਾਜਾ ਹੁੰਨਾ ਵਾਂ, ਮੈਂ ਰਾਜਾ ਵਾਂ, ਤੇ ਉਹ ਸਵੇਰੇ ਕੰਮ ਤੇ ਹੀ ਨਾ ਜਾਵੇ, ਕੰਮ ਹੀ ਨਾ ਕਰੇ ਵੀ ਮੈਂ ਤੇ ਰਾਜਾ ਸੀ, ਮੈਂ ਤੇ ਰਾਤ ਪਲੰਗ ਦੇ ਉੱਤੇ ਸੁੱਤਾ ਸੀ, ਮੈਂ ਤੇ ਰਾਜ ਮਹਿਲਾਂ ਦਾ ਆਨੰਦ ਮਾਣਿਆ, ਹੁਣ ਤੇ ਮੈਂ ਸਵੇਰੇ ਕੰਮ ਨਹੀਂ ਕਰਨਾ, ਤੇ ਉਹਦਾ ਭੁਲੇਖਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਭੁਲੇਖਾ ਹੈ ਤੈਨੂੰ, ਇਹ ਤੇਰਾ ਸਿਰਫ ਸੁਪਨਾ ਹੀ ਸੀ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਕਿਆ ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਗੱਲ ਐ ਭਾ ਦੋਏ ਭਰਮ ਭੁਲਾਣੀਆਂ, ਭਰਮ ਪੈ ਗਿਆ ਮਨੁੱਖ ਨੂੰ ਦੇ ਅੰਦਰ ਦਾ। ਇਹ ਜਿੰਨਾ ਵੀ ਗੁਰੂ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਮੇਰੇ ਸਤਿਗੁਰੂ ਜੀ ਸਾਡੇ ਅੰਦਰ ਦਾ ਭਰਮ ਕੱਢਦੇ ਨੇ। ਤੇ ਗੁਰੂ ਸ਼ਬਦ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ ਭਰਮ ਨਿਕਲ ਜਾਂਦਾ ਹੈ, ਫਿਰ ਪ੍ਰਮਾਤਮਾ ਦੇ ਨਾਲ ਜੁੜਦਾ ਹੈ, ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈ, ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਆਹ ਤੇਰੇ ਅੰਦਰ ਭਰਮ ਹੈ। ਕਿਹੜਾ? ਇਹ ਕੁਟੰਬ ਤੂੰ ਜੇ ਦੇਖਦਾ, ਧਿਆਨ ਦਿਆ ਜੇ, ਭਰਮ ਤੇ ਆਪਾਂ ਰਹਿਣਾ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ। ਕਿਉਂ ਚਿਤ ਲਾਈਐ, ਕਿਆ ਐਸਾ ਕੰਮ ਮੋਲੇ ਨਾ ਕੀਚਾ ਜਿਤ ਅੰਤ ਪਛੋਤਾਈਐ। ਫਿਰ ਕਿਆ ਸਤਿਗੁਰ ਕਾ ਉਪਦੇਸ਼ ਸੁਣ ਤੂੰ। ਕਿਹਨੂੰ ਕਿਹਾ? ਮਨ ਨੂੰ ਆਖਿਆ, ਤਨ ਨੂੰ ਨਹੀਂ ਇੱਥੇ ਕਿਹਾ ਗਿਆ। ਕਿਆ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰਾ ਨਾਲੇ। ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਧਿਆਨ ਦਿਆ ਜੇ, ਅੱਜ ਬਾਹਰ ਬੋਰਡ ਦੇ ਉੱਤੇ ਹੁਕਮਨਾਮਾ ਵੀ ਲਿਖਿਆ ਹੈ ਮੇਰੇ ਸਾਹਿਬਾਂ ਦਾ, ਜੋ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਦਾ ਆਇਆ ਹੈ। ਅੱਜ ਦਾ ਹੁਕਮ ਵੀ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਭਰਮ ਮੇਰੇ ਪਾਤਸ਼ਾਹ ਕਹਿੰਦੇ ਨੇ, ਸੋ ਐਸਾ ਜੀਅੜੇ ਤੋਂ ਭਾਵ ਹੈ ਮੇਰੀ ਜਿੰਦੜੀਏ, ਉਸ ਪਰਮਾਤਮਾ ਨੂੰ ਧਿਆ। ਇੱਛਾ ਪੂਰਕ, ਪੂਰਕ ਤੋਂ ਭਾਵ ਹੈ ਜਿਹੜਾ ਸਾਰੀਆਂ ਤੇਰੀਆਂ ਮਨ ਦੀਆਂ ਖਾਹਿਸ਼ਾਂ, ਜਿਹੜੀਆਂ ਤੇਰੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲਾ ਹੈ, ਉਸ ਨੂੰ ਧਿਆ, ਉਸ ਨੂੰ ਸਿਮਰ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਕਿਆ ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ। ਸਰਬ ਤੋਂ ਭਾਵ ਹੈ ਜਿੰਨੇ ਵੀ ਸੁੱਖ ਨੇ ਮਨੁੱਖ ਤੈਨੂੰ ਮਿਲ ਜਾਣਗੇ, ਹੇ ਮੇਰੇ ਜਿੰਦੜੀਏ ਤੂੰ ਉਸ ਨੂੰ ਧਿਆ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾਂ ਤੇ। ਕਰ ਕੀ? ਅੱਗੇ ਮੇਰੇ ਪਾਤਸ਼ਾਹ ਕਹਿੰਦੇ ਨੇ, ਜਪ ਮਨ ਸਤਨਾਮ। ਇਹ ਭਰਮ ਦੇ ਵਿੱਚੋਂ ਆ ਨਿਕਲਦਾ ਹੈ, ਭਰਮ ਦੇ ਵਿੱਚੋਂ ਮੇਰੇ ਸ਼ਬਦ ਸਤਿਗੁਰੂ ਜੀ ਕੱਢਦੇ ਨੇ। ਕਿਆ ਜਪ ਮਨ ਸਤਨਾਮ, ਕਿਆ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ। ਫਿਰ ਕਿਆ ਨਿਤ ਧਿਆਈ ਹੈ ਨਿਤਾ ਪ੍ਰਤੀ। ਇਹ ਨਹੀਂ ਅੱਜ ਗੁਰਦੁਆਰੇ ਅੱਜ ਸਕਰਾਂਦ ਦਾ ਦਿਨ ਹੈ, ਤੇ ਅੱਜ ਬੜੀ ਗਹਿਮੋ ਗਹਿਮ ਹੈ, ਸਕਰਾਂਦ ਵਾਲਾ ਦਿਨ ਹੈ, ਸੰਗਤ ਸਾਰੀ ਆਈ ਹੈ ਨਾ, ਬਹੁਤ ਜ਼ਿਆਦਾ ਸੀ ਗਿਣਤੀ ਵਿੱਚ ਆਏ ਆ, ਕਿਉਂਕਿ ਅੱਜ ਸਕਰਾਂਦ ਵਾਲਾ ਦਿਨ ਹੈ, ਸਕਰਾਂਦ ਕਰਕੇ ਆਏ ਆ। ਵੈਸੇ ਸੰਡੇ ਨੂੰ ਅੱਗੇ ਪਿੱਛੇ ਇੰਨੀ ਨਹੀਂ ਹੁੰਦੀ ਕਈ ਵਾਰੀ,
ਵੀ ਅੱਜ ਇਹ ਮਨ ਦੇ ਵਿੱਚ ਹੈ ਕਿ ਅੱਜ ਸੰਗਰਾਂਦ ਦਾ ਦਿਨ ਹੈ। ਅੱਜ ਗੁਰੂ ਸਾਹਿਬ ਜੀ ਨੇ ਸਾਨੂੰ ਸੰਗਰਾਂਦ ਵਾਲੇ ਦਿਨ, ਸ਼ਾਇਦ ਸੰਗਰਾਂਦ ਵਾਲੇ ਦਿਨ ਹੀ ਕਿਹਾ ਵੀ ਗੁਰਦੁਆਰੇ ਆਇਆ ਜੀ। ਨਹੀਂ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇੱਕ ਘੜੀ ਨਾ ਮਿਲਤੇ ਤੋਂ ਭਾਵ ਕੀ ਹੈ, ਜਦੋਂ ਇੱਕ ਘੜੀ ਵੀ ਮੈਂ ਦਾਤਿਆ ਤੈਨੂੰ ਵਸਾਰ ਦੇਵਾਂ ਤੇ ਉਦੋਂ ਕਲਯੁਗ ਆ ਕੇ ਘੇਰਾ ਪਾਲ ਜਾਂਦਾ। ਕਲਯੁਗ ਕਿਹੜਾ? ਭਾਵ ਵਿਕਾਰ ਆ ਕੇ ਮੇਰੇ ਉੱਤੇ ਹੈਵੀ ਹੋ ਜਾਂਦੇ ਨੇ, ਵਿਕਾਰ ਮੈਨੂੰ ਆ ਕੇ ਦਬੋਚ ਲੈਂਦੇ ਨੇ, ਮੇਰੇ ਉੱਤੇ ਉਹ ਆਪਣਾ ਭਾਰ ਪਾ ਦਿੰਦੇ ਨੇ, ਮੇਰੇ ਉੱਤੇ ਆਪਣਾ ਵਜ਼ਨ ਪਾ ਦਿੰਦੇ ਨੇ, ਜੇ ਇੱਕ ਘੜੀ ਵੀ ਨਾ ਤੁਸੀਂ ਮਿਲੋ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਹਲਤ ਪਲਤ ਸਵਾਰੀਆਂ ਨੇਚਲ ਦਿੱਤੀਆਂ। ਹਲਤ ਤੇ ਪਲਤ, ਲੋਕ ਤੇ ਪਰਲੋਕ ਸਵਾਰ ਦਿੱਤਾ ਜਾਂਦਾ ਹੈ ਜੇ ਗੁਰੂ ਕੀ ਸ਼ਰਨ ਆਵੇਂ। ਤੇਰਾ ਗੁਰੂ ਕੀ ਕਰਦਾ ਹੈ ਤੇਰੇ ਅੰਦਰ? ਜਦੋਂ ਕੋਈ ਡਾਕਟਰ ਆਪਰੇਸ਼ਨ ਥੀਏਟਰ 'ਚ ਲੈ ਕੇ ਜਾਂਦੇ ਨੇ ਨਾ ਮਰੀਜ਼ ਨੂੰ, ਕਰਦੇ ਕੀ ਨੇ? ਉਹ ਚੀਰ ਪਾੜ ਕਰਦੇ ਨੇ, ਤੇ ਜਿਹੜਾ ਅੰਦਰ ਮਾੜਾ ਕੋਈ ਹਿੱਸਾ ਹੁੰਦਾ ਏ ਉਹਨੂੰ ਕੱਢ ਕੇ ਬਾਹਰ ਰੱਖ ਦਿੰਦੇ ਨੇ। ਮੇਰਾ ਸਤਿਗੁਰੂ ਜੀ ਬਖਸ਼ਿਸ਼ ਕਰਦਾ ਹੈ, ਜਦੋਂ ਅਸੀਂ ਗੁਰੂ ਕੀ ਸ਼ਰਨ ਵਿੱਚ ਆਈਏ ਤੇ ਗੁਰੂ ਸਾਡੇ ਮਾੜੇ ਫੁਰਨੇ, ਮਾੜੇ ਜਿਹੜੇ ਖਿਆਲ ਨੇ ਨਾ, ਉਹ ਕੱਢ ਕੇ ਬਾਹਰ ਰੱਖ ਦਿੰਦਾ। ਕਿਵੇਂ ਰੱਖਦਾ? ਜਪ ਮਨ ਕਿਆ ਸਤਨਾਮ, ਸਦਾ ਸਤਨਾਮ, ਸਦਾ ਜਪ। ਰੋਜ਼ ਦੀ ਗੱਲ ਹੈ, ਨਿਤਾ ਪ੍ਰਤੀ ਦੀ ਗੱਲ ਹੈ। ਸਦਾ ਜਪ ਨਾਮ ਜਿਹਦਾ ਸਤ ਹੈ, ਜਿਹਨੂੰ ਰੋਜ਼ ਕਹਿੰਦੇ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਸਦਾ ਉਹਨੂੰ ਜਪ ਜੋ ਸਥਿਰ ਰਹਿਣ ਵਾਲਾ ਹੈ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਫਿਰ ਅੱਗੇ ਆਖਿਆ ਆਖ ਦਿੱਤਾ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਪੁਰਖ ਤੋਂ ਭਾਵ ਹੈ ਸਰਬ ਵਿਆਪਕ, ਜਿਹੜਾ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਅਸੀਂ ਰੋਜ਼ ਪੜ੍ਹਦੇ ਹਾਂ ਨਿਤ ਨਿਤ ਜੀੜੇ ਸੰਮਾਲੀਆਂ। ਨਿਤ ਦੀ ਗੱਲ ਆ ਗਈ, ਨਿਤ ਨਿਤ ਜੀੜੇ ਸੰਮਾਲੀਆਂ। हे ਮੇਰੇ ਜੀੜੇ, हे ਜਿੰਦੜੀਏ ਸੰਭਾਲੀਆਂ, ਤੂੰ ਨਿਤਾ ਪ੍ਰਤੀ ਉਸ ਮਾਲਕ ਦੀ ਸੰਭਾਲ ਕਰ, ਹਿਰਦੇ ਦੇ ਵਿੱਚ ਉਸ ਨੂੰ ਵਸਾ। ਤੇ ਜੇ ਤੂੰ ਨਿਤਾ ਪ੍ਰਤੀ ਉਸ ਮਾਲਕ ਦੇ ਉਪਦੇਸ਼ ਨੂੰ ਆਪਣੇ ਅੰਦਰ ਗ੍ਰਹਿਣ ਕਰ ਲਏਗਾ, ਤੇਰੇ ਔਗਣ ਨਿਕਲ ਜਾਣਗੇ। ਹੁਣ ਗੁਰਦੁਆਰੇ ਆਉਣ ਦਾ ਲਾਭ ਕੀ ਹੁੰਦਾ ਹੈ? ਕਹਿੰਦੇ ਵੀ ਗੁਰਦੁਆਰੇ ਆਇਆ, ਬਾਣੀ ਪੜ੍ਹਿਆ, ਮੱਥਾ ਟੇਕਿਆ, ਕੀ ਲਾਭ ਹੋਏਗਾ? ਇੱਕ ਮੈਨੂੰ ਯਾਦ ਆ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਦੇ ਵਿੱਚ ਕੋਈ ਫਕੀਰ ਆ ਗਿਆ, ਕੋਈ ਦਰਵੇਸ਼ ਆ ਗਿਆ, ਤੇ ਗੁਰੂ ਸਾਹਿਬ ਮਹਾਰਾਜ ਸਿੰਘਾਸਣ ਤੇ ਬੈਠੇ ਨੇ। ਜਿਵੇਂ ਹੁਣ ਸੰਗਤਾਂ ਆ ਕੇ ਪੇਟਾਵਾਂ ਲਿਆ ਕੇ ਗੋਲਕ ਵਿੱਚ ਪਾ ਰਹੀਆਂ ਨੇ, ਹੋਰ ਰਸਤਾਂ ਲੈ ਕੇ ਆ ਰਹੀਆਂ ਨੇ, ਅੰਬਾਰ ਲੱਗੇ ਪਏ ਨੇ। ਤੇ ਦਰਵੇਸ਼ ਨੇ ਆ ਕੇ ਸਵਾਲ ਕਰ ਦਿੱਤਾ, ਹੈ ਸਤਿਗੁਰੂ ਜੀ, ਤੁਹਾਡੀ ਬਾਣੀ ਤੇ ਇਹ ਕਹਿੰਦੀ ਹੈ ਵੀ ਜੋ ਕਰਮਾਂ ਦੇ ਵਿੱਚ ਲਿਖਿਆ ਹੈ, ਜੋ ਲੇਖ ਮੱਥੇ ਦਾ ਲਿਖਿਆ ਹੈ, ਉਹ ਹੋ ਕੇ ਹੀ ਰਹਿਣਾ ਹੈ। ਤੇ ਫਿਰ ਤੁਹਾਡੇ ਕੋਲ ਆਉਣ ਦਾ ਲਾਭ ਕੀ ਹੈ? ਫਿਰ ਮੱਥੇ ਟੇਕਣ ਦਾ ਲਾਭ ਕੀ ਹੈ? ਤੇ ਲੋਕ ਤੁਹਾਡੇ ਅੱਗੇ ਭੇਟਾਵਾਂ ਭੇਟਾ ਕਰਦੇ ਨੇ, ਮੱਥੇ ਪੇ ਟੇਕਦੇ ਨੇ, ਇਹਦਾ ਕੀ ਲਾਭ ਹੋਵੇਗਾ? ਹੁਣ ਮੇਰੇ ਸਤਿਗੁਰੂ ਜੀ ਨੇ ਮਾੜੇ ਜੀ ਗੱਲ ਦੇ ਵਿੱਚ ਮਿੰਟ ਦੇ ਵਿੱਚ ਸਮਝਾ ਦਿੱਤਾ। ਸਿੱਖ ਨੂੰ ਕਿਹਾ ਕੋਈ ਕਾਗਜ਼ ਲੈ ਕੇ ਆਓ। ਕਾਗਜ਼ ਲੈ ਕੇ ਆ ਗਿਆ ਸਿੱਖ। ਪਾਤਸ਼ਾਹ ਨੇ ਕੋਲੋਂ ਕਿਹਾ ਵੀ ਇੱਕ ਮੋਹਰ ਲੈ ਕੇ ਆਓ। ਪਾਤਸ਼ਾਹ ਦੇ ਕੋਲ ਮੋਹਰ ਆ ਗਈ। ਹੁਣ ਦਰਵੇਸ਼ ਨੂੰ ਕਿਹਾ ਇਸ ਮੋਹਰ ਨੂੰ ਪੜ੍ਹ ਕੇ ਵੇਖ। ਕਹਿੰਦਾ ਮਹਾਰਾਜ ਇਹ ਅੱਖਰ ਪੁੱਠੇ ਗਏ ਨੇ, ਮੇਰੇ ਤੋਂ ਪੜ੍ਹੇ ਨਹੀਂ ਜਾਂਦੇ, ਅੱਖਰ ਪੁੱਠੇ ਨਹੀਂ ਮੇਰੇ ਤੋਂ ਪੜ੍ਹੇ ਜਾਂਦੇ। ਤੇ ਪਾਤਸ਼ਾਹ ਨੇ ਫਿਰ ਉਹ ਅੱਖਰ ਜਿਹੜੇ ਪੁੱਠੇ ਨੇ, ਕਾਗਜ਼ ਲਿਆ ਤੇ ਕਾਗਜ਼ ਦੇ ਉੱਤੇ ਮੋਹਰ ਲਾ ਦਿੱਤੀ ਤੇ ਕਾਗਜ਼ ਅੱਗੇ ਕਰ ਦਿੱਤਾ। ਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਦਰਵੇਸ਼ ਇਸ ਅੱਖਰਾਂ ਨੂੰ ਪੜ੍ਹਿਆ ਜੇ? ਤੇ ਉਹਨੇ ਉਸੇ ਵੇਲੇ ਪੜ੍ਹ ਦਿੱਤਾ। ਮੇਰੇ ਪਾਤਸ਼ਾਹ ਜੀ ਨੇ ਇਸ਼ਾਰਾ ਦੇ ਦਿੱਤਾ, ਲੇਖ ਨਾ ਮਿਟਈ ਹੈ ਸਖੀ, ਜੋ ਤੁਸੀਂ ਕਹਿ ਰਹੇ ਹੋ, ਜੋ ਤੁਹਾਡੇ ਅੰਦਰ ਸਵਾਲ ਹੈ, ਜੋ ਤੁਹਾਡੇ ਅੰਦਰ ਦੁਬਦਾ ਪੈਦਾ ਹੋਈ ਹੈ ਨਾ, ਮੇਰੇ ਪਾਤਸ਼ਾਹ ਨੇ ਮਿੰਟ ਵਿੱਚ ਦੁਬਦਾ ਕੱਢ ਕੇ ਰੱਖ ਦੀ। ਦੁਬਦਾ ਨਾ ਪੜੋ, ਮੇਰੇ ਪਾਤਸ਼ਾਹ ਕਹਿੰਦੇ ਨੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਤੂੰ ਗੁਰੂ ਦੇ ਕੋਲ ਆ ਤੇ ਸਹੀ, ਗੁਰੂ ਤੇਰੀ ਦੁਬਦਾ ਕੱਢ ਕੇ ਰੱਖ ਦੇਗਾ। ਜਦੋਂ ਕਾਗਜ਼ ਸਾਹਮਣੇ ਕੀਤਾ ਤੇ ਉਸੇ ਵੇਲੇ ਉਹਨੇ ਅੱਖਰ ਪੜ੍ਹ ਦਿੱਤੇ
ਤੇ ਮੇਰੇ ਪਾਤਸ਼ਾਹ ਨੇ ਕਿਹਾ ਦਰਵੇਸ਼ ਤੂੰ ਦੁਬਦਾ ਲੈ ਕੇ ਆਇਆ ਏ। ਆ ਗੱਲ ਇਵੇਂ ਹੈ, ਅੱਖਰ ਜਿਹੜੇ ਮੱਥੇ ਦੇ ਮਸਤਕ ਤੇ ਰੱਬ ਨੇ ਲਿਖੇ ਨੇ ਉਹ ਮਿਟ ਨਹੀਂ ਸਕਦੇ, ਪਰ ਸਿੱਧੇ ਪੁੱਠੇ ਅੱਖਰ ਜਿਹੜੇ ਲਿਖੇ ਨੇ ਸਿੱਧੇ ਜ਼ਰੂਰ ਹੋ ਸਕਦੇ ਨੇ। ਪੁੱਠੇ ਲਿਖੇ ਹੋਏ ਸਿੱਧੇ ਗੁਰੂ ਜ਼ਰੂਰ ਕਰ ਸਕਦਾ ਹੈ। ਤੇ ਜੇ ਸਾਡੀ ਭਾਵਨਾ ਹੋਵੇ ਨਾ ਤੇ ਅਸੀਂ ਆਪਣੇ ਗੁਰੂ ਨੂੰ ਇਹ ਵੀ ਕਹਿ ਸਕਦੇ ਹਾਂ, ਸਤਿਗੁਰੂ ਜੀ ਮੱਥੇ ਦੇ ਲੇਖ ਤੇ ਉੱਥੇ ਵੀ ਤੁਸੀਂ ਲਿਖਣ ਵਾਲੇ ਹੋ ਤੇ ਇੱਥੇ ਵੀ ਮਿਟਾਉਣ ਵਾਲੇ ਵੀ ਤੁਸੀਂ ਹੋ। ਜੇ ਭਾਵਨਾ ਹੋਵੇ ਤੇ ਸਿੱਧੇ ਹੋ ਸਕਦੇ ਨੇ ਤੇ ਮਿਟ ਵੀ ਸਕਦੇ ਨੇ, ਜੇ ਗੁਰੂ ਆਪ ਕਿਰਪਾ ਕਰ ਦੇਵੇ। ਅੰਦਰ ਸਾਡੇ ਦੁਚਿੱਤਾਪਨ ਜਿਹੜਾ ਹੈ ਨਾ, ਜਦੋਂ ਇਹ ਅਸੀਂ ਪੜ੍ਹੀਏ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੁੱਜੋ, ਮੜੈ ਮਸਾਣ ਨਾ ਜਾਈ। ਪਰ ਅਸੀਂ ਗੁਰਦੁਆਰੇ ਵੀ ਆਉਨੇ ਆ, ਮੱਥਾ ਵੀ ਟੇਕਨੇ ਆ, ਭਾ ਦੋਏ ਭਰਮ ਭੁਲਾਣੀਆਂ, ਤੇ ਰਾਹ ਖੁੰਝ ਕੇ ਫਿਰ ਜਾ ਕੇ ਕਬਰ ਤੇ ਵੀ ਮੱਥਾ ਟੇਕ ਦਿੰਦੇ ਆ। ਰਾਹ ਖੁੰਝ ਗਏ ਤੇ ਜਾ ਕੇ ਉਹਦੇ ਉੱਤੇ ਹਰੀ ਚਾਦਰ ਜਾ ਕੇ ਉੱਥੇ ਵੀ ਚੜਾ ਦਿੰਦੇ ਆ। ਰਾਹ ਖੁੰਝ ਗਏ ਤੇ ਜਾ ਕੇ ਕਿਸੇ ਸਿਆਣੇ ਨੂੰ ਵੀ ਹੱਥ ਵਿਖਾਉਂਦੇ ਆ ਵੀ ਵੇਖੀ ਮੇਰੀ ਕਿਸਮਤ ਵਿੱਚ ਲਿਖਿਆ ਕੀ ਹੈ। ਰਾਹ ਖੁੰਝ ਗਏ ਤੇ ਫਿਰ ਕਿਸੇ ਵਿਅਕਤੀ ਦੇ ਵੀ ਚਰਨਾਂ ਦੇ ਵਿੱਚ ਜਾ ਕੇ ਗੋਡੇ ਫੜ ਕੇ ਬੈਠੇ ਆ ਕਿ ਕਿਸੇ ਨੇ ਦੱਸ ਦਿੱਤਾ ਵੀ ਤੇਰਾ ਉੱਥੇ ਦੁੱਖ ਦੂਰ ਹੋ ਜਾਏਗਾ। ਕਿਸੇ ਨੇ ਇਹ ਦੱਸ ਦਿੱਤਾ ਕਿ ਫਲਾਣੇ ਬਾਬੇ ਪਾਸ ਜਾਏਗਾ ਤੇ ਤੈਨੂੰ ਉਹ ਫਲ ਪਾਏਗਾ, ਤੇਰੇ ਘਰ ਧੀ ਨਹੀਂ ਹੋਣੀ, ਪੁੱਤਰ ਹੀ ਹੋਣਗੇ। 4-6 ਪਾ ਦਿੱਤੇ ਤੇ ਪੁੱਤਰ ਹੀ ਹੋਣਗੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਆਹ ਸਾਰਾ ਕੁਝ ਭਰਮ ਹੈ। ਭਰਮ ਦੇ ਵਿੱਚ ਮਨੁੱਖ ਨਾ ਪੈ, ਤੂੰ ਕਰਮ ਚੰਗਾ ਕਰ, ਭਰਮ ਨਾ ਕਰ, ਕਰਮ ਕਰ। ਤੇ ਜਦੋਂ ਤੂੰ ਭਰਮ ਵਿੱਚੋਂ ਨਿਕਲੇਗਾ ਨਾ, ਤੇਰੇ ਮੱਥੇ ਦੇ ਲੇਖ ਪੁੱਠੇ ਲਿਖੇ ਵੀ ਮੇਰਾ ਬਾਪੂ ਸਿੱਧੇ ਕਰ ਦੇਗਾ। ਅੱਜ ਦੇ ਹੁਕਮ ਦੇ ਵਿੱਚ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਭਾਦੋ ਭਰਮ ਭੁੱਲੀ। ਭਰਮ ਦੇ ਵਿੱਚ ਮਨੁੱਖ ਜਗਿਆਸੂ ਜੀਵ ਇਸਤਰੀ ਰਾਹ ਛੱਡ ਕੇ ਕੁਰਾਏ ਪਈ ਹੋਈ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆ ਭਰਮ ਨਾ ਕਰ। ਭਰਮ ਤੂੰ ਕਿਉਂ ਕਰ ਰਿਹਾ ਹੈ? ਤੂੰ ਸੰਸਾਰ ਦੇ ਵਿੱਚ ਫਸਿਆ ਪਿਆ ਹੈ, ਨਿਰੰਕਾਰ ਨੂੰ ਭੁਲਾਇਆ ਪਿਆ ਹੈ। ਮੇਰੇ ਪਾਤਸ਼ਾਹ ਕਹਿੰਦੇ ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਏ। ਸੰਸਾਰ ਦੇ ਵਿੱਚ ਇਹ ਨਹੀਂ ਕਿਹਾ ਵੀ ਤੂੰ ਘਰ ਛੱਡ ਕੇ ਚੱਲ, ਚਿੱਤ ਨਾ ਲਾ, ਬਸ ਪਕੜ ਨਾ ਰੱਖ, ਇਹਦੇ ਵਿੱਚ ਚਿੱਤ ਨਾ ਲਾ, ਚਿੱਤ ਤੂੰ ਰੱਬ ਵਿੱਚ ਲਾ। ਅਸੀਂ ਪੜ੍ਹਦੇ ਆ ਨਾ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਔਖੀ ਘੜੀ ਨਾ ਦੇਖਣ ਦੇਈ, ਇਥੋਂ ਸ਼ਬਦ ਸ਼ੁਰੂ ਹੁੰਦਾ ਹੈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਭ ਸਾਸ ਪਾਸ ਪ੍ਰਿਤ ਪਾਲੇ। ਕਿਆ ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ। ਹੁਣ ਕਦੀ ਸਾਡਾ ਤੇ ਚਿੱਤ ਰੱਬ ਨਾਲ ਜੁੜਿਆ ਹੀ ਨਹੀਂ ਨਾ, ਕਿਉਂਕਿ ਅਸੀਂ ਬਾਣੀ ਨੂੰ ਪੜ੍ਹਿਆ ਹੀ ਨਹੀਂ ਹੈ। ਅਸੀਂ ਤੇ ਦੁਚਿੱਤੇਪਨ ਵਿੱਚ ਰਪਏ ਹੋਏ ਆ। ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ, ਕਿਆ ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਜਿਹੜਾ ਮਿੱਤਰ ਹੈ ਧਨ ਹੈ। ਤੇ ਜਦੋਂ ਉਸ ਮਿੱਤਰ ਨਾਲ, ਧਨ ਨਾਲ, ਪ੍ਰਮਾਤਮਾ ਨਾਲ ਸਾਡਾ ਚਿੱਤ ਜੁੜ ਜਾਵੇ, ਉਹ ਸਾਡੇ ਅੰਦਰੋਂ ਭਉ ਕੱਢ ਕੇ ਰੱਖ ਦਿੰਦਾ ਏ ਤੇ ਨਿਰਭਉ ਨਾਲ ਜੋੜ ਦਿੰਦਾ ਏ। ਸ਼ਬਦ ਅੱਗੇ ਮੇਰਾ ਸਾਹਿਬ ਜੀ ਕਹਿੰਦੇ ਨੇ, ਛੱਡ ਖੜੋਤੈ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ। ਹੇਤ ਮੀਨਸ ਪਿਆਰ। ਪਿਆਰ ਸੰਸਾਰ ਦੇ ਨਾਲ ਪਾਇਆ ਹੋਇਆ ਹੈ। ਰੱਬ ਨਾਲ ਪਿਆਰ ਪਾਉਣਾ ਸੀ, ਸੰਸਾਰ ਨਾਲ ਪਾਇਆ ਹੋਇਆ। ਕਈ ਇਸ ਤਰ੍ਹਾਂ ਨੇ ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਬੈਠੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਗ੍ਰਹਿ ਤਜ ਬਨ ਖੰਡ ਚਾਈਐ, ਚੁਨ ਖਾਈਐ ਕੰਦਾ, ਅਜਹੋਂ ਬੇਕਾਰ ਨਾ ਛੋੜਈ, ਪਾਪੀ ਮਨ ਮੰਦਾ। ਗੱਲ ਪਾਪੀ ਮਨ ਦੀ ਹੈ। ਸੰਸਾਰ ਨਾ ਛੱਡ, ਸੰਸਾਰ ਵਿੱਚ ਰਹਿ ਤੇ ਨਿਰੰਕਾਰ ਨਾਲ ਜੁੜ। ਪਰ ਜੁੜਿਆ ਤਾਂ ਜਾਏਗਾ ਜਦੋਂ ਤੈਨੂੰ ਸ਼ਬਦ ਗੁਰੂ ਦਾ ਚਾਨਣਾ ਹੋਏਗਾ, ਪ੍ਰਕਾਸ਼ ਹੋਏਗਾ। ਹੁਣ ਰਾਹ ਤੇ ਆਪਾਂ ਚੱਲਦੇ ਆ ਨਾ, ਰਾਹ ਦੇ ਉੱਤੇ ਮੀਲਾਂ ਦੇ ਉੱਤੇ ਐਰੋ ਬਣੇ ਹੁੰਦੇ ਨੇ, ਪਲੇਟਾਂ ਲੱਗੀਆਂ ਹੁੰਦੀਆਂ ਨੇ ਵੀ ਆਹ ਸ਼ਹਿਰ ਇਹ ਫਲਾਨਾ ਹੈ, ਇਹ ਰਾਹ ਇਸ ਪਾਸੇ ਨੂੰ ਜਾਂਦਾ ਹੈ, ਇਹ ਰਾਹ ਉਸ ਪਾਸੇ ਨੂੰ ਜਾਂਦਾ ਹੈ। ਲਿਖਿਆ ਤੇ ਹੈ ਨਾ, ਪਰ ਜੇ ਅੱਖਾਂ ਬੰਦ ਕਰਕੇ ਤੁਰੇ ਜਾਈਏ ਫਿਰ ਕਿੱਧਰ ਜਾਵਾਂਗੇ? ਅੱਖਾਂ ਖੋਲਣੀਆਂ ਪੈਣੀਆਂ ਨੇ। ਹੁਣ ਇਹ ਅੱਖਾਂ ਕਿਹੜੀਆਂ ਜਿਹੜੀਆਂ ਆਪਾਂ ਇਹਨਾਂ ਅੱਖਾਂ ਨਾਲ ਵੇਖ ਰਹੇ ਹਾਂ? ਇਹ ਨਹੀਂ, ਜਿਹੜੀਆਂ ਗਫਲਤ ਦੀਆਂ ਅੱਖਾਂ ਸੀ, ਸੁਰਤ ਰੂਪੀ ਨੇਤਰ ਸਾਨੂੰ ਖੋਲਣੇ ਪੈਣੇ।
ਤੇ ਜਦੋਂ ਸੁਰਤ ਰੂਪੀ ਨੇਤਰ ਖੋਲਾਂਗੇ ਸਾਡੇ ਅੰਦਰ ਚਾਨਣਾ ਹੋਏਗਾ। ਮੇਰੇ ਪਾਤਸ਼ਾਹ ਜੀ ਸੁਰਤ ਰੂਪੀ ਨੇਤਰ ਖੋਲਦੇ ਆ ਕਹਿੰਦੇ ਨੇ, ਛੱਡ ਖੜੋਤੇ ਖਿਨੇ ਮਾਹੇ ਜਿਨਸੋ ਲੱਗਾ ਹੇਤ, ਹੱਥ ਮਰੋੜੇ ਤਨ ਕਪੈ ਸਿਆਹੋ ਹੋਵਾ ਸੇਤ। ਪਾਤਸ਼ਾਹ ਕਹਿੰਦੇ ਨੇ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ। ਇਹ ਤੇ ਤੇਰਾ ਕਰਮਾਂ ਦਾ ਖੇਤ ਹੈ। ਜਿਵੇਂ ਕੋਈ ਕਿਸਾਨ ਕਿਰਸਾਨੀ ਖੇਤੀ ਕਰਨ ਵਾਲਾ ਹੈ, ਉਹ ਜਿਵੇਂ ਜਿਹਾ ਬੀਜ ਪਾਵੇ ਉਹਨੂੰ ਉਵੇਂ ਜਿਹਾ ਹੀ ਫਲ ਮਿਲਦਾ ਹੈ। ਤੇ ਬੀਜ ਪਾ ਦੇ ਕਿੱਕਰਾਂ ਦਾ ਖੇਤ ਦੇ ਵਿੱਚ ਤੇ ਬੇਦੌਰ ਦੇਸ਼ ਦੀਆਂ ਦਾਖਾਂ ਲੱਭਦਾ ਫਿਰੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਨਹੀਂ, ਕਿੱਕਰਾਂ ਦੇ ਕੋਲੋਂ ਲੰਮੇ ਲੰਮੇ ਸੂਲ ਮਿਲ ਸਕਦੇ ਨੇ। ਇਸ ਕਰਕੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਬੰਦਿਆ ਬੀਜ ਤੂੰ ਨਾਮ ਦਾ ਪਾ, ਨਾਮ ਬੀਜ ਸੰਤੋਖ ਸੁਹਾਗਾ। ਤੇ ਜੇ ਕੋਈ ਬੀਜ ਵੀ ਦੇਵੇ ਨਾ, ਤੇ ਬੰਦਾ ਕਿਸਾਨ ਜਿਹੜਾ ਕਿਰਸਾਨੀ ਕਰਨ ਵਾਲਾ ਬੀਜ ਦੇਵੇ ਤੇ ਸੰਤੋਖ ਨਾ ਰੱਖੇ, ਰੋਜ਼ ਉਸ ਬੀਜ ਨੂੰ ਫਰੋਲ ਕੇ ਵੇਖਦਾ ਰਵੇ ਵੀ ਹਾਂ ਉੱਗਿਆ ਹੈ ਕਿ ਨਹੀਂ, ਉੱਗਿਆ ਹੈ ਕਿ ਨਹੀਂ। ਉਹਨੇ ਉੱਗਣਾ ਵੀ ਕੋਈ ਨਹੀਂ, ਖਰਾਬ ਹੋ ਜਾਏਗਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਸੇਵਾ ਸਿਮਰਨ ਤੇ ਬੰਦਗੀ ਕੀਤੀ ਹੈ ਤੇ ਸੰਤੋਖ ਵੀ ਰੱਖ, ਕੁਛ ਭਰੋਸਾ ਵੀ ਰੱਖ। ਰੋਜ਼ ਫਰੋਲਦਾ ਨਾ ਰਹਿ। ਰੋਜ਼ ਲੋਕਾਂ ਅੱਗੇ ਜਾ ਕੇ ਬਹਿ ਕੇ ਨਾ ਕਹਿ ਵੀ ਅੱਜ ਮੈਂ ਇੰਨੇ ਘੰਟੇ ਲੰਗਰ 'ਚ ਸੇਵਾ ਕੀਤੀ ਸੀ, ਅੱਜ ਮੈਂ ਇੰਨੀ ਵਾਰੀ ਗੁਰਦੁਆਰੇ ਗਿਆ, ਮੈਂ ਇੰਨੀ ਬਾਣੀ ਪੜ੍ਹੀ ਹੈ। ਇਹ ਫਰੋਲਣਾ ਹੀ ਹੈ। ਤੇ ਅਸੀਂ ਰੋਜ਼ ਫਰੋਲਦੇ ਰਹਿੰਦੇ ਹਾਂ, ਲੋਕਾਂ ਨੂੰ ਦੱਸਦੇ ਰਹਿੰਦੇ ਹਾਂ, ਇੰਨੀ ਸੇਵਾ ਕੀਤੀ, ਇੰਨਾ ਸਿਮਰਨ ਕੀਤਾ, ਇਹ ਮੈਂ ਗੁਰਦੁਆਰੇ ਲਿਆ ਕੇ ਆਹ ਕੁਝ ਮੈਂ ਚੜਾਇਆ, ਇਹ ਮੈਂ ਅਰਪਣ ਕੀਤਾ, ਮੈਂ ਦਸਵੰਧ ਕੱਢਦਾ, ਮੈਂ ਇੰਨੇ ਵਜੇ ਉੱਠਦਾ, ਮੈਂ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਵਾਂ। ਇਹ ਸਮਝ ਲੈਣਾ ਫਰੋਲਣਾ ਪਿਆ। ਇਸੇ ਫਰੋਲਣਾ ਨਹੀਂ ਚਾਹੀਦਾ। ਬੀਜ ਨੂੰ ਵਾਰ-ਵਾਰ ਫਰੋਲੀਏ ਤੇ ਕਦੀ ਉਗਦਾ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਕਿਆ ਨਾਮ ਬੀਜ ਸੰਤੋਖ ਸੁਹਾਗਾ। ਤੇ ਰੱਖ ਗਰੀਬੀ ਵੇਸ਼ ਤੋਂ ਭਾਵ ਹੈ, ਅੰਦਰ ਤੇਰੇ ਨਿਮਰਤਾ ਬਣੀ ਰਵੇ। ਜਦੋਂ ਤੂੰ ਬਾਣੀ ਤੇ ਬਾਣੀ ਨਾਲ ਜੁੜੇ, ਤੇਰੇ ਅੰਦਰ ਨਿਮਰਤਾ ਆਵੇ। ਇਹ ਨਾ ਆਵੇ ਗੁਰਦੁਆਰੇ ਆਵੇਂ ਜਪਜੀ ਜਾਪ ਪਾਠ ਕਰੇ ਤੇ ਦੂਸਰਿਆਂ ਦੇ ਕੋਲੋਂ ਨਫ਼ਰਤ ਕਰ ਲੱਗੇ। ਇਹ ਤੇ ਗੁਰਦੁਆਰੇ ਹੀ ਨਹੀਂ ਆਉਂਦਾ। ਇਹ ਤੇ ਸਿੱਖੀ ਦੇ ਵਿੱਚ ਪੂਰਾ ਨਹੀਂ ਹੈਗਾ, ਇਹ ਤੇ ਅਧੂਰਾ ਹੈਗਾ। ਆਮ ਸਾਡੇ ਵਿੱਚ ਇਹ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ, ਬਲਕਿ ਇਹ ਚੀਜ਼ਾਂ ਜਾਣੀਆਂ ਚਾਹੀਦੀਆਂ ਨੇ। ਜਿਹੜਾ ਅਧੂਰਾ ਹੈ, ਜਿਹੜਾ ਪੂਰਾ ਨਹੀਂ, ਜਿਹੜਾ ਗੁਰਦੁਆਰੇ ਆਉਂਦਾ ਨਹੀਂ, ਜੇ ਤੇਰੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਹੈ ਤੇ ਉਹਨੂੰ ਬਾਹੋਂ ਫੜ ਕੇ ਗਲ ਲਾ। ਜੇ ਉਹ ਭੁੱਲਿਆ ਹੈ ਤੇ ਉਹਨੂੰ ਰਾਹ, ਜੇ ਤੂੰ ਪੈ ਗਿਆ ਤੇ ਉਹਨੂੰ ਵੀ ਰਾਹ ਪਾ। ਤੈਨੂੰ ਗੁਰੂ ਅੱਜ ਰਾਹ ਪਾ ਰਿਹਾ। ਗੁਰੂ ਮੇਰਾ ਕਹਿ ਰਿਹਾ ਹੈ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੈ। ਤੈਨੂੰ ਗੁਰੂ ਰਾਹ ਪਾ ਰਿਹਾ ਹੈ। ਜੇ ਤੂੰ ਰਾਹ ਪੈ ਗਿਆ ਤੇ ਜਿਹੜਾ ਭੁੱਲਿਆ ਹੈ ਉਹਨੂੰ ਵੀ ਫੜ ਕੇ ਰਾਹ ਪਾ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਫਿਰ ਹੱਥ ਮਰੋੜਾ ਤਨ ਕਪੈ ਸਿਆਹੋ ਹੋਵਾ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਹੇ ਭਾਈ, ਇਹ ਜਿਵੇਂ ਜਿਹਾ ਬੀਜ ਬੀਜੇਗਾ ਤੈਨੂੰ ਉਵੇਂ ਜਿਹਾ ਫਲ ਮਿਲਣਾ ਏ। ਮੇਰੇ ਲਾਸਟ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੈ। ਸੇ ਤੋਂ ਭਾਵ ਹੈ ਇਹ ਭਾਈ ਜਿਹੜੇ ਭਟਕਣਾ ਦੇ ਵਿੱਚੋਂ, ਭਰਮ ਦੇ ਵਿੱਚੋਂ ਨਿਕਲ ਜਾਂਦੇ ਨੇ, ਉਹ ਫਿਰ ਨਰਕਾਂ ਵਿੱਚ ਨਹੀਂ ਪੈਂਦੇ। ਜਿਵੇਂ ਇੱਕ ਰਾਹ ਤੋਂ ਛੱਡ ਕੇ ਕੋਈ ਕੁਰਾਏ ਪੈ ਜਾਵੇ ਤੇ ਉਹ ਭਟਕਦੇ ਨੇ, ਤੇ ਜਿਹੜਾ ਰਾਹ ਛੱਡ ਕੇ ਕੁਰਾਏ ਪੈ ਜਾਵੇ ਉਹ ਵਿਲਕਦਾ ਹੈ, ਕਹਿੰਦਾ ਮੈਂ ਤੇ ਜਿਸ ਕੰਮ ਤੇ ਜਾਣਾ ਸੀ, ਮੈਂ ਤੇ ਰਾਹ ਤੋਂ ਕੁਰਾਏ ਪੈ ਗਿਆ, ਹੁਣ ਤੇ ਮੈਂ ਲੇਟ ਹੋ ਗਿਆ, ਮੇਰੀ ਤੇ ਫਲੈਟ ਨਿਕਲ ਗਈ ਹੋਏ, ਹੁਣ ਮੇਰੀ ਫਲੈਟ ਉੱਡ ਗਈ, ਹੁਣ ਮੈਨੂੰ ਮਿਲਣੀ ਨਹੀਂ, ਮੇਰਾ ਤੇ ਮੈਂ ਤੇ ਰਾਹ ਛੱਡ ਕੇ ਕੁਰਾਏ ਪੈ ਗਿਆ। ਉਹ ਅੰਦਰ ਵਿਲਕਣ ਲੱਗ ਪੈਂਦਾ ਹੈ। ਮੇਰੇ ਸਾਹਿਬ ਜੀ ਵੀ ਕਹਿੰਦੇ ਨੇ, ਬੰਦਿਆ ਜੇ ਤੂੰ ਰਾਹ ਛੱਡ ਕੇ ਕੁਰਾਏ ਪੈ ਗਿਆ ਤੇ ਤੂੰ ਵੀ ਅੰਦਰੋਂ ਵਿਲਕਦਾ ਰਹੇਗਾ। ਇਸ ਕਰਕੇ ਕੁਰਾਏ ਨਾ ਪੈ, ਅੱਖਾਂ ਖੋਲ ਕੇ ਰੱਖ, ਗਫਲਤ ਦੀ ਨੀਂਦਰੇ ਨਾ ਸੌਂ। ਜਦੋਂ ਤੁਰੇ ਤੇ ਅੱਖਾਂ, ਕਈ ਵਾਰੀ ਡਰਾਈਵ ਕਰਨ ਵਾਲੇ ਕਹਿੰਦੇ ਨੇ ਅੱਖਾਂ ਖੋਲ ਕੇ ਰੱਖ, ਅਗਾਂ ਵੇਖ, ਸਾਹਮਣੇ ਵੇਖ ਅੱਗੇ ਕੀ ਹੈ। ਤੇ ਜਿਹੜਾ ਅੱਖਾਂ ਮੀਚਦਾ ਹੈ ਉਹਦਾ ਤੁਹਾਨੂੰ ਪਤਾ ਕੀ ਹੁੰਦਾ ਹੈ। ਮੇਰੇ ਸਾਹਿਬ ਜੀ ਸਾਡੀਆਂ ਅੱਖਾਂ ਖੋਲਦੇ ਪਏ ਨੇ, ਬੰਦਿਆ ਅੱਖਾਂ ਖੋਲ। ਤੇ ਜੇ ਤੂੰ ਅੱਖਾਂ ਖੋਲ ਲਏਗਾ ਨਾ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੈ। ਸਾਰੇ ਗੁਰੂ ਨੂੰ ਕਹਿ ਦਈਏ, ਪਾਤਸ਼ਾਹ ਅਸੀਂ ਰਾਹ ਛੱਡ ਕੇ ਕੁਰਾਏ ਪਏ ਹਾਂ, ਕਿਰਪਾ ਕਰੀ ਸਾਨੂੰ ਵੀ ਰਾਹ ਪਾ ਦੇਵੀਂ। ਜਦੋਂ ਗੁਰੂ ਨੂੰ ਕਵਾਂਗੇ ਜ਼ਰੂਰ ਗੁਰੂ ਰਾਹ ਪਾ ਦੇਗਾ। ਜਦੋਂ ਰਾਹ ਪੈ ਗਏ ਤੇ ਉਦੋਂ ਸਾਡੇ ਲੋਕ ਤੇ ਪਰਲੋਕ ਸਵਰ ਜਾਣਗੇ। ਨਾਮ ਜਪਦਿਆਂ, ਵੰਡ ਛਕਦਿਆਂ, ਸਾਹਿਬਾਂ ਦੇ ਦਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ, ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ਦਾਨ।
ਕਹੋ ਸਾਰੇ ਕਿਰਪਾ ਕਰੋ ਹਰੇ ਹੇ ਵਾਹਿਗੁਰੂ, ਸਾਡੇ ਸਾਰਿਆਂ ਤੇ ਕਿਰਪਾ ਕਰੀ। ਨਾਮ ਜਪਦਿਆਂ, ਵੰਡ ਛਕਦਿਆਂ, ਦਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਇਹ ਭਾਦਰੋਂ ਦਾ ਮਹੀਨਾ ਜਿਹੜਾ ਆਰੰਭ ਹੋਇਆ ਸਭ ਦਾ ਸੁੱਖਾਂ ਦਾ ਬਤੀਤ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।